ਹੈਲੋ ਫਰੈਂਡਸ, ਵੈਲਕਮ ਟੂ ਡ੍ਰੀਮਸ ਕਮ ਟਰੂ ਚੈਨਲ। ਆਈ ਹੋਪ ਸੋ ਸਾਰਿਆਂ ਨੂੰ ਤੁਹਾਨੂੰ ਮੇਰੀਆਂ ਪਹਿਲਾਂ ਵਾਲੀਆਂ ਵੀਡੀਓਜ਼ ਪਸੰਦ ਆ ਰਹੀਆਂ ਹੋਣਗੀਆਂ। ਇੱਕ ਰਿਕੁਐਸਟ ਹੈ, ਪਲੀਜ਼ ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰਨਾ। ਇੱਕ ਤੁਹਾਡਾ ਛੋਟਾ ਜਿਹਾ ਲਾਈਕ ਐਂਡ ਸ਼ੇਅਰ ਮੇਰੇ ਲਈ ਬਹੁਤ ਸਪੋਰਟਿਵ ਰਹੇਗਾ। ਤੇ ਅੱਜ ਦਾ ਆਪਣਾ ਪੋਲਿਟੀ ਦੇ ਸੈਸ਼ਨ ਦੇ ਵਿੱਚ ਜਿਹੜਾ ਟੌਪਿਕ ਹੈ ਜੀ ਉਹ ਪ੍ਰੈਜ਼ੀਡੈਂਟ ਹੈ। ਤੇ ਜਿਹੜੇ ਮੈਂ ਨੋਟਸ ਨੇ ਬਹੁਤ ਸਾਰੀ ਮਿਹਨਤ ਦੇ ਨਾਲ ਬਣਾਏ ਆ ਤੇ ਬਹੁਤ ਛੋਟੇ ਬਣਾਏ ਤਾਂ ਕਿ ਤੁਹਾਨੂੰ ਰਿਕਾਲ ਕਰਨ ਦੇ ਵਿੱਚ ਈਜ਼ੀ ਰਹਿ ਸਕੇਗੀ। ਤੇ ਅੱਜ ਦਾ ਆਪਾਂ ਟੌਪਿਕ ਸ਼ੁਰੂ ਕਰਦੇ ਹਾਂ ਜੀ ਪ੍ਰੈਜ਼ੀਡੈਂਟ ਦੇ ਰਿਲੇਟਿਡ। ਠੀਕ ਹੈ, ਆਰਟੀਕਲ 52 ਹੈ ਜਿਹੜਾ ਉਹ ਪ੍ਰੈਜ਼ੀਡੈਂਟ ਦੇ ਰਿਲੇਟਡ ਹੈ ਜੀ। ਪ੍ਰੈਜ਼ੀਡੈਂਟ ਹੈ ਜਿਹੜਾ ਪਾਰਟ 5th ਆਫ ਦੀ ਯੂਨੀਅਨ ਐਗਜ਼ੀਕਿਊਸ਼ਨ ਦੇ ਵਿੱਚ ਆਉਂਦਾ ਹੈ ਜੀ। ਆਰਟੀਕਲ ਆਪਾਂ ਇਸ ਦੇ ਵਿੱਚ ਜਿਹੜੇ ਕਵਰ ਕਰਨਾ ਹੈ ਜੀ, ਆਰਟੀਕਲ 52 ਤੋਂ ਲੈ ਕੇ 62 ਤੱਕ ਆਪਾਂ ਨੇ ਕਵਰ ਕਰਨਾ। ਹੁਣ ਜਿਹੜੀ ਆਪਣੀ ਯੂਨੀਅਨ ਐਗਜ਼ੀਕਿਊਟਿਵ ਹੈ, ਆਪਾਂ ਨੇ ਕੀ ਹੈ ਪਾਰਟ 5th ਦੇ ਵਿੱਚ ਹੈ, ਹੁਣ ਉਸ ਦੇ ਵਿੱਚ ਕੀ ਕੀ ਇੰਕਲੂਡਡ ਹੈ। ਇੱਕ ਤਾਂ ਉਸ ਦੇ ਵਿੱਚ ਦੇਖੋ ਜੀ ਪੰਜ ਚੀਜ਼ਾਂ ਨੇ ਜਿਹੜੀਆਂ ਇੰਕਲੂਡਡ ਨੇ। ਇੱਕ ਤਾਂ ਹੈਗਾ ਪ੍ਰੈਜ਼ੀਡੈਂਟ, ਇੱਕ ਹੈਗਾ ਵਾਈਸ ਪ੍ਰੈਜ਼ੀਡੈਂਟ, ਇੱਕ ਹੈਗਾ ਜੀ ਪ੍ਰਾਈਮ ਮਿਨਿਸਟਰ, ਕੌਂਸਲ ਆਫ ਮਿਨਿਸਟਰ, ਅਟਾਰਨੀ ਜਨਰਲ ਆਫ ਦੀ ਇੰਡੀਆ। ਇਹ ਤੁਹਾਨੂੰ ਕੁਐਸਚਨ ਪੁੱਛੇ ਜਾ ਸਕਦੇ ਨੇ ਵੀ ਐਗਜ਼ੀਕਿਊਟਿਵ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਇੰਕਲੂਡਡ ਨੇ। ਤਾਂ ਕੀ ਹੈ ਜੀ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਕੌਂਸਲ ਆਫ ਮਿਨਿਸਟਰ ਐਂਡ ਦੀ ਅਟਾਰਨੀ ਜਨਰਲ ਆਫ ਦੀ ਇੰਡੀਆ। ਪ੍ਰੈਜ਼ੀਡੈਂਟ ਕੀ ਹੈ ਜੀ ਆਪਣਾ ਹੈਡ ਆਫ ਸਟੇਟ ਹੈ। ਇਹੀ ਹੈ ਜੀ ਜਿਹੜਾ ਫਰਸਟ ਸਿਟੀਜ਼ਨ ਆਫ ਦੀ ਇੰਡੀਆ। ਪ੍ਰੈਜ਼ੀਡੈਂਟ ਇਜ਼ ਅ ਨੋਮੀਨਲ ਐਗਜ਼ੀਕਿਊਟਿਵ ਹੈਡ ਹੈ, ਨੋਮੀਨੀ ਹੈ ਬਸ ਜੀ ਇਹ। ਇਹਨੂੰ ਆਪਾਂ ਪ੍ਰੈਜ਼ੀਡੈਂਟ ਆਈਡੀ ਡੀ ਜਿਊਰੀ ਐਗਜ਼ੀਕਿਊਟਿਵ ਦੇ ਨਾਮ ਤੋਂ ਵੀ ਜਾਣਦੇ ਹਾਂ ਜੀ। ਤੇ ਜੇ ਨੋਮੀਨਲ ਹੈ ਤਾਂ ਰੀਅਲ ਐਗਜ਼ੀਕਿਊਟਿਵ ਹੈਡ ਕੌਣ ਹੈ? ਉਹ ਕੌਣ ਹੈ? ਪ੍ਰਾਈਮ ਮਿਨਿਸਟਰ ਹੈ, ਜੋ ਕਿ ਆਪਣਾ ਕਾਉਂਸਲ ਆਫ ਪ੍ਰਾਈਮ ਮਿਨਿਸਟਰ ਐਂਡ ਕਾਉਂਸਲ ਆਫ ਮਿਨਿਸਟਰ ਕੀ ਨੇ? ਰੀਅਲ ਐਗਜ਼ੀਕਿਊਟਿਵ ਹੈਡ। ਪ੍ਰਾਈਮ ਮਿਨਿਸਟਰ ਨੂੰ ਆਪਾਂ ਕੀ ਕਹਿੰਦੇ ਆ? ਦੀ ਫੈਕਟੋ ਐਗਜ਼ੀਕਿਊਟਿਵ। ਤੇ ਜਦ ਕਿ ਆਪਾਂ ਪ੍ਰੈਜ਼ੀਡੈਂਟ ਨੂੰ ਕੀ ਕਹਿੰਦੇ ਆ? ਆਈਡੀ ਦੀ ਜਿਊਰੀ ਐਗਜ਼ੀਕਿਊਟਿਵ ਦੇ ਨਾਮ ਤੋਂ ਜਾਣਦੇ। ਹੁਣ ਇਸ ਦੇ ਲਈ ਕੁਆਲੀਫਿਕੇਸ਼ਨਸ ਕੀ ਨੇ ਜੀ ਪ੍ਰੈਜ਼ੀਡੈਂਟ ਵਾਸਤੇ? ਇਹ ਆਪਾਂ ਆਰਟੀਕਲ ਨੰਬਰ 58 ਦੇ ਵਿੱਚ ਕਵਰ ਅਪ ਕਰਦੇ ਹਾਂ ਜੀ ਕੁਆਲੀਫਿਕੇਸ਼ਨਸ, ਵੀ ਉਸਨੂੰ ਕੀ ਕੀ ਕੁਆਲੀਫਾਈ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਜੀ ਸ਼ੁੱਡ ਬੀ ਦ ਸਿਟੀਜ਼ਨ ਆਫ ਇੰਡੀਆ ਦੇ ਸਿਟੀਜ਼ਨ ਹੋਣਾ ਚਾਹੀਦਾ। ਉਸਨੇ ਘੱਟੋ ਘੱਟ ਕੀ ਕਹਿੰਦੇ ਹੁੰਦੇ ਨੇ 35 ਇਅਰਸ ਆਪਦੇ ਕਵਰ ਅਪ ਕਰ ਚੁੱਕੇ ਹੋਣਗੇ। ਕੁਆਲੀਫਾਈ ਟੂ ਬੀ ਬਿਕਮ ਦ ਮੈਂਬਰ ਆਫ, ਕੁਆਲੀਫਾਈ ਹੋਣਾ ਚਾਹੀਦਾ ਲੋਕ ਸਭਾ ਦਾ ਮੈਂਬਰ ਬਣਨ ਵਾਸਤੇ। should not hold any of office of profit नहीं होना चाहिए, ना ही यूनियन गवर्नमेंट, ना ही स्टेट गवर्नमेंट, ना ही कोई लोकल अथॉरिटी। ਇਹ ਕੀ ਨੇ ਜੀ ਕੁਆਲੀਫਿਕੇਸ਼ਨ, ਇਹਦੇ ਵਿੱਚ ਕਵਰ ਹੁੰਦੀਆਂ ਨੇ। ਆਰਟੀਕਲ 58 ਸਿਟੀਜ਼ਨ ਹੋਣਾ ਚਾਹੀਦਾ, 35 ਸਾਲ ਦੀ ਉਮਰ ਤੋਂ ਵੱਧ ਹੋਵੇ। ਠੀਕ ਹੈ ਜੀ, ਕੀ ਕਹਿੰਦੇ ਹੁੰਦੇ ਨੇ ਜੀ, ਕੀ ਕਹਿੰਦੇ ਕੁਆਲੀਫਾਈ ਹੋਣਾ ਚਾਹੀਦਾ ਲੋਕ ਸਭਾ ਵਾਸਤੇ ਜੀ। should not hold the office of profit ਨਹੀਂ ਹੋਣਾ ਚਾਹੀਦਾ ਜੀ। ਤੇ ਹੁਣ ਇਸ ਦੇ ਲਈ ਨੋਮੀਨੇਸ਼ਨ ਕੈਂਡੀਡੇਟ ਫॉर द ਇਲੈਕਸ਼ਨ ਆਫ ਪ੍ਰੈਜ਼ੀਡੈਂਟ, ਜੋ ਬੰਦੇ ਨੇ ਇਲੈਕਸ਼ਨਸ ਲੜਨੀਆਂ ਨੇ ਪ੍ਰੈਜ਼ੀਡੈਂਟ ਦੀਆਂ, ਉਸਦੇ ਕੋਲੇ ਹੁਣ ਕੀ ਹੋਣਾ ਚਾਹੀਦਾ? ਬਾਈ ਐਟ ਇਜ਼ ਦ 50 ਇਲੈਕਟੋਰਲ ਐਜ਼ ਅ ਪ੍ਰਪੋਜ਼ਰ। ਠੀਕ ਹੈ ਜੀ, ਤੇ 50 ਇਲੈਕਟੋਰਲ ਐਜ਼ ਅ ਸੈਕੰਡਰ, ਮਤਲਬ ਕਿ ਜਿਨ੍ਹਾਂ ਨੇ ਸਾਈਨ ਕੀਤੇ ਹੋਣਗੇ ਜੀ ਉਸਦੇ ਤੇ ਵੋਟਰਸ ਨੇ, ਤੇ ਉਹਨਾਂ ਨੇ ਸਾਈਨ ਦੇ ਵੀ ਕੀਤੇ ਹੋਣੇ ਚਾਹੀਦੇ। ਮੇਕ ਦ ਸਿਕਿਉਰਿਟੀ ਡਿਪੋਜ਼ਿਟ, ਤੇ ਉਸਦਾ ਸਿਕਿਉਰਿਟੀ ਡਿਪੋਜ਼ਿਟ ਹੋਣਾ ਚਾਹੀਦਾ ਜੀ ਆਰਬੀਆਈ ਕੋਲੇ। ਉਹ ਕਿੰਨਾ ਹੋਊਗਾ? 15,000। if he failed to secure the 1/6 of the vote pool security deposit ਤਾਂ forfeit ਕੀਤਾ। ਮਤਲਬ ਕਿ ਜੇ ਉਸਨੂੰ 1/6 ਵੋਟਸ ਨਹੀਂ ਮਿਲਦੀਆਂ ਨਾ ਤਾਂ ਉਹਦਾ ਜਿਹੜਾ ਸਿਕਿਉਰਿਟੀ ਡਿਪੋਜ਼ਿਟ ਆ ਉਸਨੂੰ ਵਾਪਸ ਕੀਤਾ ਜਾਊਗਾ। ਹੁਣ ਇਲੈਕਸ਼ਨਸ ਆਫ ਪ੍ਰੈਜ਼ੀਡੈਂਟ ਉਹ ਕਿਵੇਂ ਹੁੰਦੇ ਨੇ? ਉਹਦੇ ਵਿੱਚ ਤਾਂ ਉਹਨੇ ਨੋਮੀਨੇਸ਼ਨ ਕਰਤਾ ਵੀ ਹਾਂ ਮੈਂ ਪ੍ਰੈਜ਼ੀਡੈਂਟ ਦੇ ਇਲੈਕਸ਼ਨਸ ਲੜਨੇ ਆ। ਹੁਣ ਉਹ ਕਿਵੇਂ ਹੁੰਦੀਆਂ ਨੇ? ਇਹ ਆਰਟੀਕਲ 54 ਦੇ ਵਿੱਚ ਕਵਰ ਅਪ ਹੁੰਦੀਆਂ ਨੇ। ਇਲੈਕਸ਼ਨਸ ਆਫ ਪ੍ਰੈਜ਼ੀਡੈਂਟ, ਠੀਕ ਹੈ ਜੀ। ਇਲੈਕਟਿਡ ਇਨਡਾਇਰੈਕਟਲੀ ਇਲੈਕਟਿਡ ਹੋਊਗਾ ਜੀ, ਕੋਈ ਡਾਇਰੈਕਟ ਇਲੈਕਸ਼ਨਸ ਨਹੀਂ ਹੋਣਗੇ। ਇਸ ਦੇ ਲਈ ਜੀ ਇਲੈਕਟੋਰਲ ਕਾਲਜ ਇਲੈਕਟਿਡ ਹੀ ਮੈਂਬਰ ਹੋਣਗੇ ਜੀ, ਬੋਥ ਦ ਹਾਊਸਸ ਆਫ ਪਾਰਲੀਮੈਂਟ ਦੇ। ਠੀਕ ਹੈ, ਲੈਜਿਸਲੇਟਿਵ ਅਸੈਂਬਲੀਜ਼ ਆਫ ਦੀ ਸਟੇਟ ਦੇ, ਲੈਜਿਸਲੇਟਿਵ ਅਸੈਂਬਲੀਜ਼ ਆਫ ਦ ਯੂਟੀਆਈ। ਠੀਕ ਹੈ, ਤੇ ਇਸ ਦੇ ਵਿੱਚ ਕੀ ਨਹੀਂ ਇੰਕਲੂਡਡ ਹੋਗਾ? ਨਾਟ ਇੰਕਲੂਡ ਦ ਲੈਜਿਸਲੇਟਿਵ ਕਾਉਂਸਲ ਦੇ, ਲੈਜਿਸਲੇਟਿਵ ਕਾਉਂਸਲ ਦੇ ਜਿਹੜੇ ਮੈਂਬਰ ਨੇ ਜੀ ਉਹ ਇਸ ਦੇ ਵਿੱਚ ਨਹੀਂ ਹੋਣਗੇ। ਇੱਕ ਹੋਰ ਚੀਜ਼ ਜਿਹੜਾ ਇਸ ਦੇ ਪੁਆਇੰਟ ਹੈ ਜੀ, ਡਿਸਕਲੋਜ਼ ਦ ਲੈਜਿਸਲੇਟਿਵ ਅਸੈਂਬਲੀ, ਜਿਹੜੀ ਮਤਲਬ ਕਿ ਲੈਜਿਸਲੇਟਿਵ ਅਸੈਂਬਲੀ ਖਤਮ ਹੋ ਚੁੱਕੀ ਆ, ਉਹ ਇਸ ਦੇ ਵਿੱਚ ਇਸ ਦੀ ਵੋਟਸ ਦੇ ਵਿੱਚ ਵੋਟ ਨਹੀਂ ਪਾਊਗੀ। ਠੀਕ ਹੈ, ਕੌਣ-ਕੌਣ ਪਾ ਸਕਦਾ? ਬੋਥ ਦ ਹਾਊਸਸ ਆਫ ਪਾਰਲੀਮੈਂਟ, ਲੈਜਿਸਲੇਟਿਵ ਅਸੈਂਬਲੀ ਆਫ ਦ ਸਟੇਟ ਐਂਡ ਦ ਲੈਜਿਸਲੇਟਿਵ ਅਸੈਂਬਲੀਜ਼ ਆਫ ਦ ਯੂਟੀ। ਕੌਣ-ਕੌਣ ਨਹੀਂ ਪਾ ਸਕਦਾ ਜੀ? ਕਾਉਂਸਲ ਵਾਲੇ ਨਹੀਂ ਪਾ ਸਕਦੇ, ਲੈਜਿਸਲੇਟਿਵ ਕਾਉਂਸਲ, ਤੇ ਜੇ ਅਸੈਂਬਲੀ ਕੀ ਕਹਿੰਦੇ ਹੁੰਦੇ ਨੇ ਡਿਸੋਲਵ ਹੋ ਚੁੱਕੀ ਹੈ ਜੀ ਤਾਂ ਉਹ ਨਹੀਂ ਪਾ ਸਕਦੇ। ਹੁਣ ਇਸ ਦਾ ਪ੍ਰੋਸੀਜਰ ਕੀ ਰਹੂਗਾ? ਇਹ ਆਪਣੇ ਆਰਟੀਕਲ 55 ਦੇ ਵਿੱਚ ਆਪਾਂ ਕਵਰ ਅਪ ਕਰਦੇ ਹਾਂ। ਕੋਈ ਵੀ ਐਵਰੀ ਜਿਹੜੇ ਵੀ ਇਲੈਕਟਿਡ ਮੈਂਬਰ ਨੇ ਆਪਣੀ ਲੈਜਿਸਲੇਟਿਵ ਅਸੈਂਬਲੀ ਦੇ, ਉਹ ਵੋਟ ਪਾਉਣਗੇ ਜੀ। ਉਹਨਾਂ ਦੀ ਵੈਲਿਊ, ਉਹਨਾਂ ਦੇ ਵੋਟ ਹੈ ਜਿਹੜੀ ਉਹ ਵੈਲਿਊ ਰੱਖਦੇ। ਵੈਲਿਊ ਆਫ ਵੋਟ ਆਫ ਦੀ ਐਮਐਲਏ ਕਿੰਨੀ, ਜਿੰਨੀ ਵੀ ਟੋਟਲ ਪੋਪੂਲੇਸ਼ਨ ਆਫ ਸਟੇਟ ਦੀ, ਅਪਨ ਟੋਟਲ ਨੰਬਰ ਆਫ ਇਲੈਕਟਿਡ ਮੈਂਬਰ ਕਿੰਨੇ ਹੋਏ ਨੇ ਜੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਸਟੇਟ ਦੇ, ਤਾਂ ਉਹਨੂੰ ਆਪਾਂ ਕੀ ਕਰਾਂਗੇ? ਮਲਟੀਪਲਾਈ ਬਾਈ 1/1000। ਇਹ ਕੀ ਹੈ? ਤੇ ਉਸ ਤੋਂ ਬਾਅਦ ਦੂਜਾ ਸਟੈਪ ਕੀ ਹੈ ਜੀ?
every elected member of either the house of parliament shall have the volume to the vote। मतलब हर ਜਿਹੜਾ ਕੋਈ elected ਹੈ, ਠੀਕ ਹੈ, ਕਿਸੇ ਵੀ ਹਾਊਸ ਆਫ ਪਾਰਲੀਮੈਂਟ ਉਹਦੀ ਵੋਟ ਕੀ ਰੱਖੂ, ਵੈਲਿਊ ਰੱਖੂਗੀ। ਵੈਲਿਊ ਆਫ ਦ ਵੋਟ ਆਫ ਦੇ ਹੁਣ ਐਮਪੀ ਦੀ ਹੈ, ਟੋਟਲ ਵੈਲਿਊ ਆਫ ਦ ਵੋਟਸ ਆਫ ਆਲ ਦੀ ਐਮਐਲਏਜ਼ ਆਫ ਦ ਸਟੇਟ ਅਕॉर्ड ਟੋਟਲ ਨੰਬਰ ਆਫ ਇਲੈਕਟਿਡ ਮੈਂਬਰ ਆਫ ਕਿੰਨੇ ਉਹ ਪਾਰਲੀਮੈਂਟ ਦੇ ਵਿੱਚ ਕੀ ਹੋ ਚੁੱਕੇ ਨੇ ਜੀ, ਇਲੈਕਟ ਹੋ ਚੁੱਕੇ ਨੇ। ਕਹਿੰਦੇ president election according with the system of proportional representative by the single transferable vote ਦੇ ਨਾਲ ਹੋਣੀ ਹੈ secret ballot ਹੋਗਾ। Any candidate in order to declare elected office of president must secure a fixed quota ਜਿਹੜਾ ਇਹਨਾਂ ਨੇ ਰੱਖਿਆ ਉਹ ਇਹਨਾਂ ਨੇ secure ਕਰਨਾ ਪਊਗਾ ਜੀ, ਜਿਹੜਾ ਉਸ ਸਮੇਂ ਦੇ ਉੱਤੇ determine ਕਰਨਗੇ। electoral quota total number of the valid votes pooled, ਜਿੰਨੀਆਂ ਵੀ ਇਹਨਾਂ ਦੀਆਂ votes pooled ਹੋਈਆਂ ਨੇ ਜੀ, divide by 2 plus 1 ਕਰ ਦੇਣਾ। ਤੇ ਇਹ ਕੀ ਸਾਰਾ ਪ੍ਰੋਸੀਜਰ ਹੈ ਜੀ ਪ੍ਰੈਜ਼ੀਡੈਂਟ ਦੀਆਂ ਇਲੈਕਸ਼ਨ ਦਾ, ਕਿੰਨੇ ਕਿੰਨੇ ਆਪਣੇ ਐਮਐਲਏ ਦੀਆਂ, ਐਮਪੀ ਦੀਆਂ ਵੋਟ, ਸਿੰਗਲ ਟ੍ਰਾਂਸਫਰੇਬਲ ਵੋਟ ਦਾ ਸਿਸਟਮ ਹੈ। ਹੁਣ ਜੇ ਇਸ ਵੋਟਸ ਦੇ ਰਿਲੇਟਡ ਕੋਈ ਡਿਸਪਿਊਟ ਵਗੈਰਾ ਹੋ ਜੇ ਤਾਂ ਆਪਾਂ ਕਿੱਥੇ ਜਾ ਕੇ ਫਾਈਲ ਕਰਾਂਗੇ? ਕਹਿੰਦੇ ਡਿਸਪਿਊਟ ਕੋਈ ਵੀ ਜੇ ਡਾਊਟ ਆਉਂਦਾ ਇਨ ਦ ਕਨੈਕਸ਼ਨ ਆਫ ਦ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਆਰ ਇਨਕੁਆਇਰ ਉਸ ਦੇ ਤੇ ਕੌਣ ਕਾਰਵਾਈ ਕਰੂਗਾ ਜੀ, ਐਂਡ ਡਿਸਾਈਡਡ ਬਾਈ ਦ ਸੁਪਰੀਮ ਕੋਰਟ, ਤੇ ਉਹਦਾ ਹੀ ਡਿਸੀਜਨ ਕੀ ਹੋਊਗਾ ਜੀ, ਫਾਈਨਲ ਹੋਊਗਾ। ਹੁਣ ਓਥ ਹੈ ਜੀ ਜਿਹੜੀ ਉਸਨੇ ਕਸਮ ਲੈਣੀ ਹੈ। ਹੁਣ ਬਾਈ ਦਾ ਚੀਫ ਕੌਣ ਦਬਾਊਗਾ ਜੀ, ਚੀਫ ਜਸਟਿਸ ਆਫ ਦੀ ਇੰਡੀਆ ਔਰ ਦਾ ਸੀਨੀਅਰ ਮੋਸਟ ਜੱਜ ਆਫ ਦਾ ਸੁਪਰੀਮ ਕੋਰਟ ਜਿਹੜਾ ਵੀ ਅਵੇਲੇਬਲ ਹੋਊਗਾ ਉਸਦੀ ਐਬਸੈਂਸ ਵਿੱਚ ਜੀ, ਜੇ ਚੀਫ ਜਸਟਿਸ ਆਫ ਇੰਡੀਆ ਨਹੀਂ। ਹੁਣ ਇਹ ਓਥ ਦੇ ਵਿੱਚ ਕੀ ਲੈਂਦੇ ਨੇ, ਇਹ ਪੁੱਛ ਲੈਂਦੇ ਨੇ ਵੀ ਉਹਦੇ ਕਿਹੜੀਆਂ ਓਥ ਨੇ। ਫੇਥਫੁਲੀ ਐਗਜ਼ੀਕਿਊਟ ਦਾ ਆਪਦਾ ਜਿਹੜਾ ਆਫਿਸ ਆ ਵਧੀਆ ਚੰਗੀ ਤਰ੍ਹਾਂ ਇਮਾਨਦਾਰੀ ਦੇ ਨਾਲ ਨਿਭਾਊਗਾ। ਟੂ ਪ੍ਰੀਜ਼ਰਵ, ਪ੍ਰੋਟੈਕਟ ਐਂਡ ਡਿਫੈਂਡ ਦੀ ਕਨਸਟੀਟਿਊਸ਼ਨ ਤੇ ਲਾਅ ਨੂੰ ਕੀ ਕਰੂਗਾ, ਪ੍ਰੋਟੈਕਟ ਕਰੂਗਾ। ਠੀਕ ਹੈ। ਟੂ ਡਿਵੋਟ ਹਿਮਸੈਲਫ, ਜਿਹੜੀ ਵੀ ਉਹਨੂੰ ਕੰਮ ਹੈ ਆਪਦੇ ਲਈ ਉਹਨੂੰ ਪੂਰਾ ਮਨ ਲਾ ਕੇ ਆਪਦਾ ਕੰਮ ਕਰੂਗਾ। ਵੈਲਫੀਇੰਗ ਆਫ ਦਾ ਪੀਪਲ ਆਫ ਦਾ ਇੰਡੀਆ, ਕਿਹਨਾਂ ਵਾਸਤੇ, ਲੋਕਾਂ ਦੀ ਭਲਾਈ ਵਾਸਤੇ ਕੰਮ ਕਰੂਗਾ। ਇਹ ਕੀ ਹੈ, ਓਥ ਹੈ, ਤੇ ਉਹਦੇ ਵਿੱਚੋਂ ਕਿਹੜੀਆਂ ਕਸਮਾਂ ਲੈਂਦੇ ਆਪਾਂ ਤਿੰਨ ਨੋਟ ਆਊਟ ਕਰ ਚੁੱਕੇ ਹਾਂ ਜੀ। ਆਰਟੀਕਲ ਨੰਬਰ 56, ਜਿਸ ਦੇ ਵਿੱਚ ਟਰਮ ਹੈ ਜੀ ਉਹ ਕਿੰਨੇ ਸਮੇਂ ਵਾਸਤੇ ਆਪਦੀ ਆਫਿਸ ਦੇ ਵਿੱਚ ਬੈਠ ਸਕਦੇ, ਤੇ ਇਹ ਜਿਹੜਾ ਸਮਾਂ ਹੈ ਜੀ ਉਹਦਾ 5 ਇਅਰਸ ਵਾਸਤੇ ਹੈ। ਹੁਣ ਰੈਜ਼ਿਗਨੇਸ਼ਨ ਆਫ ਇਹ ਆਪਦਾ ਰੈਜ਼ਿਗਨੇਸ਼ਨ ਕਿਹਨੂੰ ਦਊਗਾ ਜੀ, ਵਾਈਸ ਪ੍ਰੈਜ਼ੀਡੈਂਟ ਨੂੰ। ਠੀਕ ਹੈ, ਵਾਈਸ ਪ੍ਰੈਜ਼ੀਡੈਂਟ ਅੱਗੇ ਕਿਹਨੂੰ ਫਾਰਵਰਡ ਕਰੂਗਾ, ਲੋਕ ਸਭਾ ਦੇ ਸਪੀਕਰ ਨੂੰ। President of India hold the office beyond his term until his successor assume the charge। ਉਹਨਾਂ ਚ ਉਹ ਕੀ ਕਹਿੰਦੇ ਹੁੰਦੇ ਨੇ, ਆਪਦੇ ਆਫਿਸ ਦੇ ਵਿੱਚ ਬੈਠਾ ਰਹੂਗਾ ਜਿੰਨਾ ਚਿਰ ਉਹਦਾ ਸਕਸੈਸਰ ਅਸਿਊਮ ਕਰ, ਇਹਨੂੰ ਆਪਾਂ ਇੰਟਰੋਗਮ ਦੀ ਪ੍ਰੋਸੈਸ ਕਹਾਂਗੇ। ਹੁਣ ਆਰਟੀਕਲ ਨੰਬਰ 55 ਦੇ ਵਿੱਚ ਆਪਾਂ ਕਵਰ ਅਪ ਕਰਦੇ ਹਾਂ ਜੀ ਵੀ ਇਹਦੀ 57 ਦੇ ਵਿੱਚ ਐਲੀਜੀਬਿਲਿਟੀ ਆਫ ਦੀ ਰੀ-ਇਲੈਕਸ਼ਨ ਵੀ, ਉਹ ਰੀ-ਇਲੈਕਟ ਵੀ ਹੋ ਸਕਦਾ ਹੈ। ਹੁਣ ਉਹਨੂੰ ਕਿਹੜੀਆਂ ਪ੍ਰਿਵਿਲੇजेस ਨੇ, ਇਮਿਊਨਿਟੀਜ਼ ਨੇ ਜਿਹੜੀਆਂ ਪ੍ਰੈਜ਼ੀਡੈਂਟ ਦੀ ਪੋਸਟ ਦੇ ਉੱਤੇ ਉਹਨੂੰ ਮਿਲਦੀਆਂ ਨੇ। enjoy the personal immunity from the legal liability for his office, मतलब कि पहले तो लीगल एबिलिटी नहीं है, पर्सनल immunity from the कोई criminal proceeding नहीं होगी जी, even in the suspect of the personal acts ਦੇ ਵਿੱਚ ਨਹੀਂ। cannot be arrested, ਨਾ ਹੀ ਇਹਨੂੰ ਅਰੈਸਟ ਕੀਤਾ ਹੈ, ਨਾ ਹੀ ਇਸਨੂੰ ਜੇਲ੍ਹ ਵਿੱਚ ਪਾਇਆ ਜਾਊਗਾ। ਸਿਵਲ ਪ੍ਰੋਸੀਡਿੰਗ ਦੇ ਵਿੱਚ ਉਹਨੂੰ ਸਿਰਫ ਐਲੀਜੀਬਲ ਤਾਂ ਹੋਊਗਾ ਜੇ ਉਸ ਦੇ ਲਈ ਉਹਨੂੰ 2 ਮਹੀਨਿਆਂ ਦਾ ਨੋਟਿਸ ਦੇਣਾ ਜ਼ਰੂਰੀ। ਇਹ ਹੀ ਨਹੀਂ ਨੇ ਪ੍ਰਿਵਿਲੇजेस ਨੇ ਜਿਹੜੀਆਂ ਇਸ ਨੂੰ ਦਿੱਤੀਆਂ। ਹੁਣ ਆਰਟੀਕਲ ਨੰਬਰ 61 ਇੰਪੀਚਮੈਂਟ ਆਫ ਦੀ ਪ੍ਰੈਜ਼ੀਡੈਂਟ, ਵੀ ਆਪਾਂ ਪ੍ਰੈਜ਼ੀਡੈਂਟ ਨੂੰ ਉਸ ਦੀ ਪੋਸਟ ਦੇ ਵਿੱਚੋਂ ਕਿਵੇਂ ਹਟਾ ਸਕਦੇ ਹਾਂ ਤੇ ਉਸ ਦਾ ਕੀ ਪ੍ਰੋਸੀਜਰ ਰਹਿੰਦਾ ਹੈ। ਕਹਿੰਦੇ ਇੰਪੀਚਮੈਂਟ ਆਫ ਦੀ ਪ੍ਰੈਜ਼ੀਡੈਂਟ ਕੈਨ ਬੀ ਡਨ ਬਾਈ ਦ, ਜੇ ਉਹਨੇ ਆਪਣੇ ਕਨਸਟੀਟਿਊਸ਼ਨ ਦਾ ਵਾਇਲੇਸ਼ਨ ਕੀਤਾ ਹੋਵੇ। ਚਾਰਜ ਸ਼ੁੱਡ ਬੀ ਸਾਈਨ, ਹੁਣ ਜਿਹੜਾ ਚਾਰਜ ਉਸ ਦੇ ਰਿਲੇਟਡ ਕਿਨੇ ਵੀ ਪਾਇਆ ਜੀ ਉਹ ਸਾਈਨ ਹੋਣਾ ਚਾਹੀਦਾ 1/4 ਮੈਂਬਰ ਆਫ ਦਾ ਹਾਊਸ, ਤੇ ਘੱਟੋ ਘੱਟ 14 ਡੇਜ਼ ਦਾ ਨੋਟਿਸ ਦੇਣਾ ਚਾਹੀਦਾ ਹੈ। ਸੈਕਿੰਡ ਹਾਊਸ ਉਸ ਦੇ ਜਿਹੜੇ ਚਾਰजेस ਨੇ ਉਹਨਾਂ ਨੂੰ ਇਨਵੈਸਟੀਗੇਟ ਕਰੋ ਵੀ ਜਿਹੜੇ ਉਹਨਾਂ ਨੇ ਲਾਏ ਆ ਕਿ ਸਹੀ ਹੈ ਕਿ ਗਲਤ ਹੈ, ਤੇ ਉਸ ਤੋਂ ਬਾਅਦ ਰੈਜ਼ੋਲੂਸ਼ਨ ਪਾਸ ਹੋਊਗਾ ਜੀ ਦੋਨੋਂ ਹੀ ਹਾਊਸ ਦੁਆਰਾ, ਜਿਸ ਦੇ ਵਿੱਚ ਮੇਜੋਰਿਟੀ 2/3 ਆਫ ਦੀ ਟੋਟਲ ਮੈਂਬਰਸ਼ਿਪ ਆਫ ਦੀ ਐਗਰੀ ਕਰਨਗੇ ਜੀ। ਠੀਕ ਹੈ, ਕੁਆਜ਼ੀ ਜੁਡੀਸ਼ੀਅਲ ਪ੍ਰੋਸੀਜਰ ਹੈ ਜੀ, ਜਿਹੜਾ ਇਹ ਕਨਸੈਪਟ ਆਪਾਂ ਇੰਪੀਚਮੈਂਟ ਦਾ ਉਹ ਕਿੱਥੇ ਲਿਆਂਦਾ ਜੀ, ਯੂਐਸਏ ਕਨਸਟੀਟਿਊਸ਼ਨਲ ਤੋਂ ਲੈ ਕੇ ਆਂਦੇ, ਤੇ ਇਸ ਦੇ ਨਾਲ ਜਿਹੜਾ ਜੀ ਪ੍ਰੈਜ਼ੀਡੈਂਟ ਹੈ ਉਹ ਆਪਦੀ ਚੇਅਰ ਤੋਂ ਹਟਾ ਦਿੱਤਾ ਜਾਏਗਾ। ਆਈ ਹੋਪ ਸੋ ਤੁਹਾਨੂੰ ਇੱਥੇ ਤੱਕ ਪਸੰਦ ਆਏਗਾ। ਕੱਲ ਨੂੰ ਆਪਾਂ ਅੱਗੇ ਹੀ ਲੈਕਚਰ ਕੰਟੀਨਿਊ ਕਰਦੇ ਹਾਂ ਜੀ। ਥੈਂਕ ਯੂ। ਪਲੀਜ਼ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ।